ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਆਪਣਾ ਐਗਰੀਕਲਚਰ ਸਟਾਰਟ ਕਰਨ ਜਾ ਰਹੇ ਹਾਂ ਜੀ। ਐਗਰੀਕਲਚਰ ਪੰਜਾਬ ਦੇ ਹਰ ਐਗਜ਼ਾਮ ਦਾ ਕੋਈ ਵੀ ਹੋਵੇ, ਚਾਹੇ ਉਹ ਪਟਵਾਰੀ ਦਾ ਹੋਵੇ, ਪੰਜਾਬ ਪੁਲਿਸ ਦਾ ਹੋਵੇ, SI ਦਾ ਹੋਵੇ, ਕੋਈ ਵੀ ਐਗਜ਼ਾਮ ਲੈ ਲਓ, ਹਰ ਇੱਕ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਅਤੇ ਪੰਜਾਬ ਪਟਵਾਰੀ ਵਿੱਚ 10 ਨੰਬਰ ਦਾ ਸਾਡੇ ਕੋਲ ਕੁਐਸਚਨ ਆਉਂਦੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਡੇ ਉਹ 10 ਨੰਬਰ ਪੱਕੇ ਹੋ ਸਕਣ। ਸੋ ਅੱਜ ਅਸੀਂ ਐਗਰੀਕਲਚਰ ਲੈ ਕੇ ਆਏ ਹਾਂ ਅਤੇ ਆਓ ਸਟਾਰਟ ਕਰਦੇ ਹਾਂ। ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਅੱਜ ਡਿਸਕਸ ਕਰਾਂਗੇ ਹਿਸਟਰੀ ਆਫ ਐਗਰੀਕਲਚਰ, ਕਿਉਂਕਿ ਬੇਸਿਕ ਕਲੀਅਰ ਹੋਣਾ ਜ਼ਰੂਰੀ ਹੈ। ਜਦੋਂ ਅਸੀਂ ਬੇਸਿਕ ਦੇ ਨਾਲ ਫੈਕਟ ਯਾਦ ਕਰਦੇ ਹਾਂ ਨਾ, ਅਤੇ ਫਿਰ ਸਾਨੂੰ ਕੀ ਹੁੰਦਾ ਹੈ, ਇਹ ਫੈਕਟ ਜ਼ਿਆਦਾ ਸਮੇਂ ਲਈ ਯਾਦ ਰਹਿੰਦੇ ਨੇ ਅਤੇ ਜਲਦੀ ਯਾਦ ਵੀ ਹੁੰਦੇ ਨੇ। ਸੋ ਬੇਸਿਕ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅੱਜ ਅਸੀਂ ਸਟਾਰਟ ਕਰਦੇ ਹਾਂ ਹਿਸਟਰੀ ਆਫ ਐਗਰੀਕਲਚਰ। ਹੁਣ ਪਹਿਲਾਂ ਦੇਖਦੇ ਹਾਂ ਐਗਰੀਕਲਚਰ ਹੈ ਕੀ। ਕਹਿੰਦੇ ਆਰਟ ਐਂਡ ਸਾਇੰਸ ਆਫ ਕਲਟੀਵੇਟਿੰਗ ਦੀ ਸੋਇਲ। ਕਹਿੰਦੇ ਐਗਰੀਕਲਚਰ ਇੱਕ ਆਰਟ ਆ ਅਤੇ ਇੱਕ ਕਲਾ ਆ। ਕਿੱਦਾਂ ਦੀ ਕਲਾ ਹੈ? ਜਿਹਦੇ ਵਿੱਚ ਸੋਇਲ ਨੂੰ ਕਲਟੀਵੇਟ ਕੀਤਾ ਜਾਂਦਾ ਆ, ਉਹਦੇ ਵਿੱਚ ਫਸਲ ਨੂੰ ਉਗਾਇਆ ਜਾਂਦਾ ਆ। ਅਤੇ ਫਿਰ ਕੀ ਹੁੰਦਾ ਇਹਦੇ ਵਿੱਚ? ਹੁੰਦਾ ਕੀ ਆ ਵੀ ਪਲਾਂਟ ਨੂੰ ਪ੍ਰੀਪੇਅਰ ਕੀਤਾ ਜਾਂਦਾ। ਇਟ ਇਨਕਲੂਡ ਦਾ ਪ੍ਰੈਪਰੇਸ਼ਨ ਆਫ ਪਲਾਂਟ ਐਂਡ ਐਨੀਮਲ। ਇਹਦੇ ਵਿੱਚ ਪਲਾਂਟ ਨੂੰ ਪ੍ਰੀਪੇਅਰ ਕੀਤਾ ਜਾਂਦਾ ਆ ਅਤੇ ਐਨੀਮਲਸ ਨੂੰ ਵੀ ਇਹਦੇ ਵਿੱਚ ਡੋਮੈਸਟੀਕੇਟਡ ਕੀਤਾ ਜਾਂਦਾ। ਤਾਂ ਇਹਦੇ ਤੋਂ ਫਿਰ ਅੱਗੇ ਕੀ ਹੁੰਦਾ? ਫਿਰ ਪ੍ਰੋਡਕਟ ਬਣਾਏ ਜਾਂਦੇ ਨੇ ਜਿਹੜੇ ਲੋਕ ਜਿਨ੍ਹਾਂ ਨੂੰ ਯੂਜ਼ ਕਰਦੇ ਨੇ, ਅਤੇ ਫਿਰ ਕੀ ਹੁੰਦਾ ਨੈਕਸਟ ਇਹਨਾਂ ਨੂੰ ਮਾਰਕੀਟ ਵਿੱਚ ਵੀ ਡਿਸਟਰੀਬਿਊਟ ਕੀਤਾ ਜਾਂਦਾ ਆ। ਸੋ ਇਹਨੂੰ ਹੀ ਐਗਰੀਕਲਚਰ ਕਹਿੰਦੇ ਨੇ। ਇਸ ਤਰ੍ਹਾਂ ਦੀ ਸਾਇੰਸ ਹੈ ਜਿਹਦੇ ਵਿੱਚ ਫਸਲ ਨੂੰ ਉਗਾਇਆ ਜਾਂਦਾ ਲੋਕਾਂ ਦੇ ਵਾਸਤੇ, ਸਾਰੇ ਲੋਕਾਂ ਦੇ ਵਾਸਤੇ। ਠੀਕ ਹੈ ਸਟੂਡੈਂਟਸ। ਫਿਰ ਅੱਗੇ ਹੈ ਐਗਰੀਕਲਚਰ ਪ੍ਰੋਵਾਈਡ ਮੋਸਟ ਆਫ ਦੀ ਵਰਲਡਸ ਫੂਡ ਐਂਡ ਫੈਬਰਿਕਸ। ਐਗਰੀਕਲਚਰ ਦੇ ਵਿੱਚ ਐਗਰੀਕਲਚਰ ਹੀ ਦੁਨੀਆ ਨੂੰ ਸਭ ਤੋਂ ਜ਼ਿਆਦਾ ਫੂਡ ਜਿਹੜਾ ਦੁਨੀਆ 'ਚ ਐਗਰੀਕਲਚਰ ਹੀ ਦਿੰਦਾ ਹੈ, ਅਤੇ ਕੱਪੜਾ ਫੈਬਰਿਕਸ ਉਹ ਵੀ ਇਹ ਦਿੰਦਾ, ਜਿਵੇਂ ਕਿ ਕੋਟਨ, ਵੂਲ, ਲੈਦਰ, ਸਾਰਾ ਐਗਰੀਕਲਚਰ ਪ੍ਰੋਡਕਟ ਨੇ। ਸੋ ਨੈਕਸਟ ਦੇਖਦੇ ਹਾਂ ਸਟਾਰਟਿੰਗ ਹੋਈ ਅਤੇ ਕਿਵੇਂ ਹੋਈ ਐਗਰੀਕਲਚਰ ਦੀ। ਕਹਿੰਦੇ ਬਹੁਤ ਸਦੀਆਂ ਪਹਿਲਾਂ ਕੀ ਹੋਇਆ ਵੀ ਐਗਰੀਕਲਚਰ ਦੀ ਗਰੋਥ ਜਦੋਂ ਸਿਵਲਾਈਜੇਸ਼ਨ ਹੌਲੀ ਹੌਲੀ ਸਾਨੂੰ ਲੱਭਦੀਆਂ ਗਈਆਂ, ਸਿਵਲਾਈਜੇਸ਼ਨ ਦੀ ਖੋਜ ਹੁੰਦੀ ਗਈ, ਨਾਲ ਨਾਲ ਐਗਰੀਕਲਚਰ ਵੀ ਗਰੋਥ ਕਰਦਾ ਗਿਆ। ਸਭ ਤੋਂ ਪਹਿਲਾਂ ਕਹਿੰਦੇ ਬਿਫੋਰ ਐਗਰੀਕਲਚਰ ਜਿਹੜੇ ਲੋਕ ਸੀ ਉਹ ਕਿਵੇਂ ਆਪਣਾ ਗੁਜ਼ਾਰਾ ਕਰਦੇ ਸੀ, ਕਿਵੇਂ ਉਹ ਖਾਣਾ ਖਾਂਦੇ ਸੀ, ਕਿਵੇਂ ਉਹਨਾਂ ਨੂੰ ਫੂਡ ਮਿਲਦਾ ਸੀ। ਕਹਿੰਦੇ ਜਦੋਂ ਐਗਰੀਕਲਚਰ ਦੀ ਖੋਜ ਨਹੀਂ ਸੀ ਹੋਈ, ਬਿਫੋਰ ਐਗਰੀਕਲਚਰ ਤੋਂ ਪਹਿਲਾਂ ਜਿਹੜੇ ਲੋਕ ਸੀ ਉਹ ਖਾਣਾ ਲੱਭਣ ਲਈ ਦੂਰ ਦਰੇਡੇ ਜਾਣਾ। ਉਹਨਾਂ ਨੇ ਉੱਥੇ ਹੰਟਿੰਗ ਕਰਨੀ ਵਾਈਲਡ ਐਨੀਮਲਸ ਦੀ, ਅਤੇ ਵਾਈਲਡ ਪਲਾਂਟਸ ਨੂੰ ਇਕੱਠੇ ਕਰਨਾ, ਅਤੇ ਇਸ ਤਰ੍ਹਾਂ ਉਹ ਆਪਣਾ ਮਤਲਬ ਖਾਣਾ ਖਾ ਕੇ ਉਹ ਆਪਣਾ ਪੇਟ ਭਰਦੇ ਸੀ ਮਤਲਬ, ਅਤੇ ਉਹਨਾਂ ਨੂੰ ਡੇਲੀ ਖਾਣਾ ਲੱਭਣ ਲਈ ਜਾਣਾ ਪੈਂਦਾ ਸੀ। ਫਿਰ ਅੱਗੇ ਕੀ ਹੁੰਦਾ? ਕਹਿੰਦੇ ਅਬਾਊਟ ਕਹਿੰਦੇ 11,500 ਸਾਲ ਪਹਿਲਾਂ ਹੌਲੀ ਹੌਲੀ ਲੋਕਾਂ ਨੂੰ ਅਨਾਜ ਉਗਾਉਣਾ, ਠੀਕ ਆ, ਅਨਾਜ ਉਗਾਉਣ ਦਾ ਪਤਾ ਲੱਗ ਗਿਆ, ਅਤੇ ਹੌਲੀ ਹੌਲੀ ਉਹਨਾਂ ਨੇ ਆਪਣੀ ਲਾਈਫ ਜਿਹੜੀ ਸੀ ਉਹ ਫਾਰਮਿੰਗ 'ਤੇ ਬੇਸ ਕਰ ਲਈ। ਕਹਿੰਦੇ 2000 ਸਾਲ ਪਹਿਲਾਂ ਜਿਹੜੀ ਆ 2000 ਸਾਲ ਪਹਿਲਾਂ ਫਿਰ ਕੀ ਹੋਇਆ? ਜਿਹੜੀ ਅਰਥ ਦੀ ਪਾਪੂਲੇਸ਼ਨ ਆ ਨਾ, ਜ਼ਿਆਦਾਤਰ ਪਾਪੂਲੇਸ਼ਨ ਉਹ ਡਿਪੈਂਡੈਂਟ ਹੋ ਗਈ ਐਗਰੀਕਲਚਰ 'ਤੇ, ਪੂਰੀ ਤਰ੍ਹਾਂ ਨਾਲ ਖੇਤੀਬਾੜੀ 'ਤੇ ਡਿਪੈਂਡੈਂਟ ਹੋ ਗਈ। ਬੜੇ ਸਕੋਲਰ ਇਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇੱਦਾਂ ਹੋਇਆ ਕਿਉਂ, ਵੀ ਇੱਕਦਮ ਇੰਨਾ ਚੇਂਜ ਕਿਵੇਂ ਆ ਗਿਆ ਵੀ ਇੰਨੀ ਜ਼ਿਆਦਾ ਜਨਸੰਖਿਆ, ਇੰਨੀ ਪਾਪੂਲੇਸ਼ਨ ਜਿਹੜੀ ਆ ਉਹ ਐਗਰੀਕਲਚਰ 'ਤੇ ਡਿਪੈਂਡ ਹੋ ਗਈ। ਕਹਿੰਦੇ ਫਿਰ ਉਹ ਸੋਚਦੇ ਵੀ ਸ਼ਾਇਦ ਕਲਾਈਮੇਟ ਚੇਂਜ ਕਰਕੇ ਵਾਤਾਵਰਨ ਵਿੱਚ ਇੱਦਾਂ ਦੇ ਫਰਕ ਆਏ ਹੋਣ ਤਾਂ ਲੋਕ ਇੰਨੇ ਮਤਲਬ ਉਹਦੇ 'ਚ ਡਿਪੈਂਡੈਂਟ ਹੋ ਗਏ ਐਗਰੀਕਲਚਰ 'ਤੇ। ਫਿਰ ਹੌਲੀ ਹੌਲੀ ਜਿਹੜੇ ਲੋਕ ਸੀ, ਪੀਪਲ ਸੀ, ਉਹਨਾਂ ਨੇ ਕਰੋਪਸ ਨੂੰ ਉਗਾਉਣਾ ਸ਼ੁਰੂ ਕੀਤਾ, ਅਤੇ ਨਾਲ ਨਾਲ ਉਹਨਾਂ ਨੇ ਪਸ਼ੂ ਪਾਲਣ ਵੀ ਸ਼ੁਰੂ ਕਰ ਲਿੱਤਾ। ਮਤਲਬ ਐਗਰੀਕਲਚਰ ਦੇ ਨਾਲ ਨਾਲ, ਕਿਉਂਕਿ ਐਗਰੀਕਲਚਰ ਦਾ ਇਹ ਵੀ ਹਿੱਸਾ ਆ ਇੱਕ ਡੋਮੈਸਟੀਕੇਸ਼ਨ, ਮਤਲਬ ਡੋਮੈਸਟੀਕੇਟ ਕਰਨਾ ਸ਼ੁਰੂ ਕਰ ਦਿੱਤਾ ਐਨੀਮਲਸ ਨੂੰ। ਅਤੇ ਵਾਈਲਡ ਪਲਾਂਟਸ, ਐਨੀਮਲਸ, ਪੀਪਲ, ਅਤੇ ਇਹਨਾਂ ਨੂੰ ਹੀ ਡੋਮੈਸਟੀਕੇਸ਼ਨ ਕਹਿੰਦੇ ਨੇ, ਕਿਉਂਕਿ ਇਹਨਾਂ ਨੇ ਫਿਰ ਨਾਲ ਨਾਲ ਐਗਰੀਕਲਚਰ ਦੇ ਉਹ ਮਤਲਬ ਐਨੀਮਲਸ ਨੂੰ ਮਤਲਬ ਪਾਲਣ ਸ਼ੁਰੂ ਕਰ ਦਿੱਤਾ ਉਹਨਾਂ ਦਾ। ਸੋ ਕਹਿੰਦੇ ਸਭ ਤੋਂ ਪਹਿਲਾ ਫੈਕਟ ਆ ਗਿਆ ਸਟੂਡੈਂਟਸ, ਫੈਕਟ 'ਤੇ ਜ਼ਰੂਰ ਧਿਆਨ ਰੱਖਿਓ। ਫਸਟ ਡੋਮੈਸਟੀਕੇਟਡ ਪਲਾਂਟਸ ਜਿਹੜਾ ਸੀ ਰਾਈਸ ਔਰ ਕੋਰਨ। ਤੁਸੀਂ ਰਾਈਸ ਹੀ ਲੈ ਕੇ ਚੱਲੋ। ਰਾਈਸ ਸਭ ਤੋਂ ਪਹਿਲਾਂ ਡੋਮੈਸਟੀਕੇਟਡ ਜਿਹੜਾ ਪਲਾਂਟ ਸੀ ਉਹ ਰਾਈਸ ਸੀ, ਅਤੇ ਚਾਈਨੀਜ਼ ਜਿਹੜੇ ਫਾਰਮਰ ਸੀ ਉਹਨਾਂ ਨੇ ਕਲਟੀਵੇਟ ਕੀਤਾ ਸੀ ਇਹ ਰਾਈਸ ਨੂੰ। ਸੋ ਨੈਕਸਟ ਸਾਡੇ ਕੋਲ ਹੈ ਫਸਟ ਡੋਮੈਸਟੀਕੇਟਡ ਐਨੀਮਲਸ ਜਿਹੜਾ ਸੀ ਉਹ ਡੋਗ ਸੀ, ਅਤੇ ਇਹਨੂੰ ਉਹ ਯੂਜ਼ ਕਰਦੇ ਸੀ ਹੰਟਿੰਗ ਵਾਸਤੇ, ਕਿਉਂਕਿ ਡੋਗ ਦਾ ਮੀਟ ਤਾਂ ਹੋ ਨਹੀਂ ਸਕਦਾ, ਅਤੇ ਡੋਗ ਹੋਰ ਕਿਸੇ ਤਰ੍ਹਾਂ ਕੰਮ ਨਹੀਂ ਆ ਸਕਦਾ, ਸੋ ਹੰਟਿੰਗ ਵਾਸਤੇ ਯੂਜ਼ ਕਰਦੇ ਸੀ।
ਅਤੇ ਇਸ ਤੋਂ ਅੱਗੇ ਡੋਗ ਤੋਂ ਬਾਅਦ ਸ਼ੀਪ ਅਤੇ ਗੋਟ ਨੂੰ ਨਾ ਡੋਮੈਸਟੀਕੇਟਡ ਕਰਨਾ ਸ਼ੁਰੂ ਕਰ ਦਿੱਤਾ, ਅਤੇ ਹੌਲੀ ਹੌਲੀ ਕੈਟਲ ਅਤੇ ਪਿਗਸ ਵੀ ਇਹਦੇ ਵਿੱਚ ਹੀ ਜੁੜਦੇ ਗਏ। ਅਤੇ ਇਸ ਤਰ੍ਹਾਂ ਹੌਲੀ ਹੌਲੀ ਜਿਵੇਂ ਫਸਲਾਂ ਵੱਧਦੀਆਂ ਗਈਆਂ, ਕ੍ਰੋਪਸ ਵੱਧਦੀਆਂ ਗਈਆਂ, ਇਸੇ ਤਰ੍ਹਾਂ ਉਹਨਾਂ ਐਨੀਮਲਸ ਵੀ ਆਪਣੀ ਡੋਮੈਸਟੀਕੇਸ਼ਨ ਵਿੱਚ ਵਧਾਉਣੇ ਸ਼ੁਰੂ ਕਰ ਦਿੱਤੇ। ਕਹਿੰਦੇ ਮੋਸਟ ਆਫ ਥੀਸ ਐਨੀਮਲਸ ਹੈਵ ਵੰਸ ਬੀਨ ਹੰਟਡ ਫॉर ਹਾਈਡਸ ਐਂਡ ਮੀਟ, ਅਤੇ ਮੀਟ ਵਾਸਤੇ ਕਰਦੇ ਸੀ, ਮਤਲਬ ਜਿਵੇਂ ਕੈਟਲ ਪਿਗਸ ਹੋਏ ਇਹਨਾਂ ਨੂੰ ਉਹ ਮੀਟ ਵਾਸਤੇ ਕਰਦੇ ਸੀ, ਅਤੇ ਜਿਵੇਂ ਡੋਗਸ ਵਰਗੇ ਜਿਹੜੇ ਐਨੀਮਲ ਸੀ, ਡੋਗ ਹੋਏ ਇੱਦਾਂ ਦੇ ਐਨੀਮਲ ਸੀ, ਉਹਨਾਂ ਨੂੰ ਉਹ ਹੰਟਿੰਗ ਵਾਸਤੇ ਕਰਦੇ ਸੀ। ਫਿਰ ਉਹ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਐਨੀਮਲਸ ਤੋਂ ਮਿਲਕ ਵੀ ਮਿਲ ਸਕਦਾ, ਫਿਰ ਉਹ ਚੀਜ਼ ਬਟਰ ਮਿਲ ਸਕਦਾ, ਸੋ ਇਸ ਕਰਕੇ ਉਹਨਾਂ ਨੇ ਇੱਦਾਂ ਦੀਆਂ ਮੱਝ ਗਾਵਾਂ ਇਹਨਾਂ ਨੂੰ ਵੀ ਉਹਨਾਂ ਨੇ ਪਾਲਣਾ ਸ਼ੁਰੂ ਕਰ ਦਿੱਤਾ। ਸੋ ਕੁਝ ਐਨੀਮਲਸ ਜਿਹੜੇ ਮਤਲਬ ਹੈਵੀ ਹੁੰਦੇ ਸੀ ਸਾਈਜ਼ ਕਰਕੇ, ਉਹਨਾਂ ਨੂੰ ਟਰਾਂਸਪੋਰਟੇਸ਼ਨ ਜਾਂ ਪੁਲਿੰਗ ਵਾਸਤੇ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ, ਪਾਲਣਾ ਸ਼ੁਰੂ ਕਰ ਦਿੱਤਾ, ਡੋਮੈਸਟੀਕੇਟ ਕਰਨਾ ਸ਼ੁਰੂ ਕਰ ਦਿੱਤਾ। ਫਿਰ ਐਗਰੀਕਲਚਰ ਜਦੋਂ ਉਹਨਾਂ ਨੂੰ ਪਤਾ, ਐਗਰੀਕਲਚਰ ਵਿੱਚ ਜਦੋਂ ਉਹ ਪੂਰੇ ਹੋ ਗਏ, ਮਤਲਬ ਹੌਲੀ ਹੌਲੀ ਐਗਰੀਕਲਚਰ ਬਾਰੇ ਉਹਨਾਂ ਨੂੰ ਜਾਣਕਾਰੀ ਹੁੰਦੀ ਗਈ ਵੀ ਐਗਰੀਕਲਚਰ ਖੇਤੀਬਾੜੀ ਕਰਕੇ ਅਸੀਂ ਕਾਫੀ ਹੱਦ ਤੱਕ ਖਾਣਾ ਬਣਾ ਸਕਦੇ, ਫੂਡ ਗ੍ਰੇਨਸ ਮਤਲਬ ਕ੍ਰੋਪਸ ਨਾਲ ਅਸੀਂ ਕਾਫੀ ਹੱਦ ਤੱਕ ਲੋਕਾਂ ਦਾ ਢਿੱਡ ਭਰ ਸਕਦੇ ਹਾਂ, ਲੋਕਾਂ ਵਾਸਤੇ ਕਾਫੀ ਸਰਪਲਸ ਮਾਤਰਾ ਵਿੱਚ ਅਸੀਂ ਫੂਡ ਪ੍ਰੋਡਿਊਸ ਕਰ ਸਕਦੇ ਹਾਂ। ਫਿਰ ਉਹਨਾਂ ਨੇ ਮਤਲਬ ਉਹਨਾਂ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਫਿਰ ਉਹਨਾਂ ਦੀ ਸੋਚ ਵਿੱਚ ਵੀ ਅੱਗੇ ਦਾ ਸੋਚਣਾ ਵੀ ਇਹਨਾਂ ਨੇ ਸ਼ੁਰੂ ਕਰ ਦਿੱਤਾ ਵੀ ਕਿਤੇ ਸਾਨੂੰ ਫੇਲ ਹੋ ਜਾਏ, ਮਤਲਬ ਸਾਡੀ ਕ੍ਰੋਪ ਅੱਗੇ ਨਾ ਹੋਵੇ, ਅਤੇ ਫਿਰ ਅਸੀਂ ਇਹ ਯੂਜ਼ ਕਰ ਸਕਦੇ ਹਾਂ, ਅਤੇ ਜਾਂ ਫਿਰ ਅਸੀਂ ਟਰੇਡ ਕਰ ਸਕਦੇ ਹਾਂ। ਫਿਰ ਅੱਗੇ ਐਗਰੀਕਲਚਰ ਜਿਹੜੇ ਸੀ ਉਹਨਾਂ ਨੇ ਫਿਰ ਆਪਣੇ ਜਿਹੜੇ ਘਰ ਬਸੇਰੇ ਸੀ, ਪਰਮਾਨੈਂਟ ਵਿਲੇਜ ਬਣਾਉਣੇ ਸ਼ੁਰੂ ਕਰ ਦਿੱਤੇ, ਜਿੱਥੇ ਜਿੱਥੇ ਉਹਨਾਂ ਨੂੰ ਪਾਣੀ ਜਾਂ ਖੇਤੀ ਲਾਇਕ ਜ਼ਮੀਨ ਮਿਲਦੀ ਸੀ ਉੱਥੇ ਉਹਨਾਂ ਨੇ ਪਰਮਾਨੈਂਟ ਵਿਲੇਜ ਆਪਣੇ ਬਣਾਉਣੇ ਸ਼ੁਰੂ ਕਰ ਦਿੱਤੇ। ਸੋ ਫਿਰ ਉਹਨਾਂ ਨੇ ਸਿਵਲਾਈਜੇਸ਼ਨ ਜਿਵੇਂ ਜਿਵੇਂ ਡਿਵੈਲਪ ਹੁੰਦੀ ਗਈ, ਅਤੇ ਐਗਰੀਕਲਚਰ ਉਹਦਾ ਖਾਸ ਹਿੱਸਾ ਹੁੰਦਾ ਸੀ। ਕਹਿੰਦੇ ਦਾ ਅਰਲੀਐਸਟ ਸਿਵਲਾਈਜੇਸ਼ਨ ਬੇਸਡ ਔਨ ਐਗਰੀਕਲਚਰ ਕਿਹੜੀ ਸੀ? ਮੈਸੋਪੋਟਾਮੀਆ। ਇਹਦੇ ਵਿੱਚ ਸਾਨੂੰ ਮਿਲੇ ਸੀ ਐਗਰੀਕਲਚਰ ਦੇ। ਮੈਸੋਪੋਟਾਮੀਆ ਜਿਹੜੀ ਸਿਵਲਾਈਜੇਸ਼ਨ ਸੀ ਉਹਦੇ ਵਿੱਚ ਇੰਟੈਂਸਿਵ ਐਗਰੀਕਲਚਰ ਦੇ। ਇਹ ਵੀ ਅਸੀਂ ਕਰਾਂਗੇ ਟਾਈਪਸ ਆਫ ਐਗਰੀਕਲਚਰ ਵੀ ਅੱਗੇ, ਕਿਉਂਕਿ ਇਹਦੇ 'ਚ ਕੁਐਸਚਨ ਬੜੇ ਬਣ ਸਕਦੇ ਨੇ ਅਤੇ ਬਣਦੇ ਨੇ। ਕਈ ਐਗਜ਼ਾਮ ਵਿੱਚ ਸਿੱਧਾ ਪੁੱਛ ਲੈਣਗੇ ਵੀ ਕਿਵੇਂ ਦੀ ਖੇਤੀ ਹੁੰਦੀ ਹੈ ਇੰਟੈਂਸਿਵ ਐਗਰੀਕਲਚਰ। ਸੋ ਹੁਣ ਨੈਕਸਟ ਅਸੀਂ ਜਾਣੇ ਕਹਿੰਦੇ ਵੀ ਹਜ਼ਾਰਾਂ ਸਾਲ ਪਹਿਲਾਂ ਕਿਸੇ ਐਗਰੀਕਲਚਰ ਜਿਹੜੀ ਸੀ ਹੌਲੀ ਹੌਲੀ ਗਰੋ ਕਰ ਰਹੀ ਸੀ, ਡਿਵੈਲਪਮੈਂਟ ਇੰਨਾ ਜ਼ਿਆਦਾ ਤੇਜ਼ ਨਹੀਂ ਸੀ, ਅਤੇ ਇਹਨਾਂ ਕੋਲ ਜਿਹੜਾ ਐਗਰੀਕਲਚਰ ਫਸਟ ਟੂਲ ਸੀ, ਹੁਣ ਇਹ ਫੈਕਟ ਜੇ ਵਨ ਆਫ ਦੀ ਅਰਲੀਐਸਟ ਐਗਰੀਕਲਚਰ ਟੂਲ ਵਾਸ ਫਾਇਰ। ਅਤੇ ਨੈਟਿਵ ਅਮੈਰੀਕਨਸ ਕਿਵੇਂ ਯੂਜ਼ ਕਰਦੇ ਸੀ? ਬੈਰੀ ਪ੍ਰੋਡਿਊਸਿੰਗ ਪਲਾਂਟ ਸੀ ਉਹਦੀ ਗਰੋਥ ਨੂੰ ਕੰਟਰੋਲ ਕਰਨ ਵਾਸਤੇ। ਫਿਰ ਜਿਹੜੇ ਫਾਰਮਰ ਸੀ ਜਿਵੇਂ ਛੋਟੇ ਛੋਟੇ ਖੇਤ ਹੁੰਦੇ ਨੇ, ਪਲੋਟ ਹੁੰਦੇ ਨੇ, ਉਹਨਾਂ ਨੂੰ ਹੱਥ ਨਾਲ ਦਾਤਰੀ ਦੇ ਨਾਲ ਮਤਲਬ ਉਹਨੂੰ ਕਰਦੇ ਸੀ, ਕੱਟਦੇ ਸੀ, ਅਤੇ ਫਿਰ ਹੌਲੀ ਹੌਲੀ ਉਹਨਾਂ ਕੋਲ ਜਿਹੜੇ ਇੰਪਰੂਵ ਹੁੰਦੇ ਗਏ ਫਾਰਮਿੰਗ ਟੂਲ, ਅਤੇ ਹੌਲੀ ਹੌਲੀ ਬੋਨ ਦੇ ਬਣੇ ਆ ਗਏ, ਫਿਰ ਸਟੋਨ, ਫਿਰ ਬਰੋਂਜ, ਅਤੇ ਫਿਰ ਆਇਰਨ ਦੇ ਬਣੇ ਆ ਗਏ। ਅਤੇ ਇੱਦਾਂ ਹੀ ਮੈਥਡ ਆਫ ਸਟੋਰੇਜ ਜਿਹੜੇ ਸੀ, ਜਿਵੇਂ ਉਹ ਫੂਡ ਗ੍ਰੇਨਸ ਆਪਣੇ ਫੂਡ ਨੂੰ ਜਿਵੇਂ ਉਹ ਸਟੋਰ ਕਰਦੇ ਸੀ, ਉਹ ਵੀ ਉਹਨਾਂ ਨੂੰ ਪਤਾ ਲੱਗਦਾ ਗਿਆ, ਅਤੇ ਉਹ ਵੀ ਵਧੀਆ ਵਧੀਆ ਤਰ੍ਹਾਂ ਦੇ ਬਣਾਉਂਦੇ ਗਏ। ਉਹ ਜਿਵੇਂ ਸਟੋਕ ਪਿਲਿੰਗ ਫੂਡਸ ਇਨ ਯਾਰਸ, ਕਲੇ ਲਿੰਕਡ ਪਿਟਸ, ਅਤੇ ਜਿਵੇਂ ਕਿਤੇ ਅਕਾਲ ਪੈ ਜਾਏ ਅਤੇ ਫਿਰ ਉਹਦੇ ਟਾਈਮ 'ਤੇ ਉਹ ਯੂਜ਼ ਕਰਦੇ ਸੀ ਉਹਨਾਂ ਨੂੰ। ਅਤੇ ਫਿਰ ਉਹਨਾਂ ਨੇ ਫੂਡ ਕੁਕਿੰਗ ਵਾਸਤੇ ਵੀ ਆਪਣੇ ਭਾਂਡੇ ਵੈਸਲ ਬਣਾਉਣੇ ਸ਼ੁਰੂ ਕਰ ਦਿੱਤੇ। ਕਹਿੰਦੇ 5500 ਦੇ ਲਾਗ ਚਾਗ ਜਿਹੜੇ ਫਾਰਮਰਸ ਮੈਸੋਪੋਟਾਮੀਆ ਦੇ ਵਿੱਚ ਉਹਨਾਂ ਨੇ ਇਰੀਗੇਸ਼ਨ ਸਿਸਟਮ ਵੀ ਲੱਭ ਲਿਆ। ਹੁਣ ਤੁਸੀਂ ਦੇਖੋ ਵੀ ਇਰੀਗੇਸ਼ਨ ਸਿਸਟਮ ਦੀ ਖੋਜ ਕਿੱਥੇ ਹੋਈ ਸੀ? ਮੈਸੋਪੋਟਾਮੀਆ ਦੇ ਫਾਰਮਰਸ ਵੱਲੋਂ ਹੋਈ ਸੀ 5500 BCE ਦੇ ਲਾਗੇ ਚਾਗ। ਹੁਣ ਤੁਸੀਂ ਇਹ ਚੀਜ਼ ਵੀ ਯਾਦ ਰੱਖਿਓ, ਇਰੀਗੇਸ਼ਨ ਸਿਸਟਮ ਮੈਸੋਪੋਟਾਮੀਆ ਫੈਕਟ ਆ ਸਟੂਡੈਂਟਸ, ਇਹਦੇ 'ਚੋਂ ਕੁਐਸਚਨ ਬਣ ਸਕਦੇ ਆ। ਸੋ ਫਿਰ ਇਹਨਾਂ ਨੇ ਕੀ ਕੀਤਾ, ਜਿਹੜੀ ਸਟੀਮ ਸੀ ਜਿਵੇਂ ਉੱਥੇ ਨਿਕਲਦੀਆਂ ਸੀ ਉਹਦੇ ਤੋਂ ਪਾਣੀ ਲਿਆਉਣਾ ਕਿਵੇਂ? ਫੀਲਡਸ ਦੇ ਆਪਣੇ ਨਾਲ ਜੋੜ ਕੇ ਵੀ ਉੱਥੋਂ ਸਿੱਧਾ ਪਾਣੀ ਡਾਇਰੈਕਟ ਫੀਲਡ ਤੱਕ ਆਵੇ ਸਾਡੇ ਤੱਕ। ਅਤੇ ਉਹਨਾਂ ਨੇ ਫਿਰ ਲਾਗੇ ਚਾਗੇ ਆਪਣਾ ਘਰ ਵਸਾ ਕੇ ਅਤੇ ਉੱਥੇ ਐਗਰੀਕਲਚਰ ਨੂੰ ਪੂਰਾ ਬੜਾਵਾ ਦਿੱਤਾ, ਐਗਰੀਕਲਚਰ ਦੇ ਪੂਰੇ ਨਿਪੁੰਨ ਹੋ ਗਏ ਹੌਲੀ ਹੌਲੀ ਉਹ। ਇਨ ਮੈਸੋਪੋਟਾਮੀਆ ਐਂਡ ਲੈਟਰ ਇਜਿਪਟ ਐਂਡ ਚਾਈਨਾ ਪੀਪਲ ਔਰਗਨਾਈਜ਼ਡ। ਫਿਰ ਹੌਲੀ ਹੌਲੀ ਜਿੱਦਾਂ ਮੈਸੋਪੋਟਾਮੀਆ ਦੇ ਫਾਰਮਰਸ ਹੋਏ ਜਾਂ ਚਾਈਨਾ ਜਾਂ ਇਜਿਪਟ ਦੇ ਹੋਏ, ਹੌਲੀ ਹੌਲੀ ਉਹਨਾਂ ਨੇ ਇਰੀਗੇਸ਼ਨ ਇਹਦੇ ਬਾਰੇ ਨਾ ਇਕੱਠੇ ਹੋ ਕੇ ਕੰਮ ਕਰਕੇ ਅਤੇ ਬੈਟਰ ਇਰੀਗੇਸ਼ਨ ਸਿਸਟਮ ਲੱਭਣ ਦੀ ਹੋਰ ਮਤਲਬ ਅੱਗੇ ਕੰਮ ਕੀਤਾ, ਵੀ ਖੋਜ ਕੀਤੀ ਕਿਵੇਂ ਅਸੀਂ ਬੈਟਰ ਇਰੀਗੇਸ਼ਨ ਸਿਸਟਮ ਨੂੰ ਲੱਭ ਸਕਦੇ ਹਾਂ। ਫਿਰ ਇਹਨਾਂ ਨੇ ਇੰਪਰੂਵਡ ਵਰਾਇਟੀ ਆਫ ਪਲਾਂਟਸ ਵੀ ਲੱਭਦੇ ਗਏ, ਮਤਲਬ ਹੋਰ ਇੰਪਰੂਵ, ਜਿੱਦਾਂ ਅੱਜ ਇੰਨੀ ਇੰਪਰੂਵ ਲੱਭੀ, ਫਿਰ ਅੱਗੇ ਉਹ ਹੋਰ ਮਤਲਬ ਇੱਕੋ 'ਤੇ ਨਿਊ ਟੇਕ ਜਾਂਦੇ ਸੀ ਵੀ ਜਿੱਦਾਂ ਅੱਜ ਕਣਕ ਮੈਂ ਇੰਨੀ ਲਈ ਆ, ਅਤੇ ਉਹ ਸੋਚਦੇ ਸੀ ਵੀ ਆਪਾਂ ਇੰਪਰੂਵ ਕਿੱਦਾਂ ਕਰ ਸਕਦੇ ਵੀ ਸਾਨੂੰ ਹੋਰ ਫਸਲ ਮਿਲੇ। ਕਹਿੰਦੇ ਉਹਨਾਂ ਨੂੰ ਜਿਵੇਂ ਸਾਊਥ ਏਸ਼ੀਆ ਤੋਂ ਵੀਟ ਵਰਾਇਟੀ ਮਿਲੀ,
ਅਤੇ ਜਿਹਦੀ ਕਿ ਸਟਰੋਂਗਰ ਸੀ ਪ੍ਰੀਵੀਅਸ ਗ੍ਰੇਨਸ ਤੋਂ, ਅਤੇ ਜਿਹਦੇ ਤੋਂ ਈਜ਼ਲੀ ਬ੍ਰੈਡ ਬਣ ਸਕਦੇ ਸੀ। ਸੋ ਇਸ ਤਰ੍ਹਾਂ ਉਹ ਮਤਲਬ ਲੱਭ ਲੈਂਦੇ ਸੀ, ਮਤਲਬ ਉਹਨਾਂ ਦੀ ਥਿੰਕਿੰਗ ਵੀ ਡਿਵੈਲਪ ਹੁੰਦੀ ਗਈ ਨਾਲੋਂ ਨਾਲ। ਜਿਵੇਂ ਜਿਵੇਂ ਕਹਿੰਦੇ ਫਿਰ ਰੋਮਨਸ ਦਾ ਜਦੋਂ ਰਾਜ ਹੋਇਆ, ਐਮਪਾਇਰ ਉਹਨਾਂ ਨੇ ਆਪਣਾ ਖੜਾ ਕਰ ਲਿਆ, ਸਮਰਾਜ ਖੜਾ ਕੀਤਾ ਰੋਮਨਸ ਨੇ, ਅਤੇ ਦੇ ਅਡੈਪਟਡ ਦੀ ਬੈਸਟ ਐਗਰੀਕਲਚਰ ਮੈਥਡ ਆਫ ਪੀਪਲ ਦੇ ਕੰਕਰਡ। ਫਿਰ ਹੌਲੀ ਹੌਲੀ ਕੀ ਕਹਿੰਦੇ ਵੀ ਉਹਨਾਂ ਨੇ ਮੈਨੂਅਲਸ ਲਿਖ ਕੇ ਫਾਰਮਿੰਗ ਟੈਕਨੀਕਸ ਬਾਰੇ ਦੱਸਿਆ ਲੋਕਾਂ ਨੂੰ, ਵੀ ਜਿਹੜੇ ਕਿ ਉਹਨਾਂ ਨੇ ਅਫਰੀਕਾ ਅਤੇ ਏਸ਼ੀਆ ਦੇ ਵਿੱਚ ਦਿਖੇ ਦੇ ਮਤਲਬ ਵੇਖੇ ਸੀ, ਉਹ ਉਹਨਾਂ ਨੇ ਦੱਸਿਆ ਲੋਕਾਂ ਨੂੰ ਫਾਰਮਿੰਗ ਟੈਕਨੀਕਸ ਦੇ ਬਾਰੇ। ਜਿਹੜੇ ਕਹਿੰਦੇ ਚਾਈਨੀਜ਼ ਸੀ ਉੱਧਰ ਦੂਜੇ ਪਾਸੇ, ਉਹ ਵੀ ਆਪਣੇ ਅਡੈਪਟ ਕਰ ਰਹੇ ਸੀ ਫਾਰਮਿੰਗ ਟੂਲਸ ਅਤੇ ਮੈਥਡ ਨੂੰ ਲਾਗੇ ਚਾਗੇ ਦੇ ਸਮਰਾਜਾਂ ਤੋਂ, ਮਤਲਬ ਐਮਪਾਇਰਸ ਤੋਂ। ਜਿਵੇਂ ਵਰਾਇਟੀ ਲਈ ਉਹਨਾਂ ਨੇ ਰਾਈਸ ਦੀ ਇੱਕ ਵਰਾਇਟੀ ਵੀਅਤਨਾਮ ਤੋਂ ਲਈ, ਅਤੇ ਹੋਰ ਕਈ ਚੀਜ਼ਾਂ ਉਹਨਾਂ ਨੇ ਵੀ ਕਿਵੇਂ ਖੇਤੀ ਕਰਨੀ ਆ, ਟੂਲਸ ਨੂੰ ਕਿਵੇਂ ਉਹਨਾਂ ਨੇ ਅੰਪਾਇਰਸ ਤੋਂ ਵੇਖ ਕੇ ਬਣਾਇਆ। ਮਤਲਬ ਚਾਈਨੀਜ਼ ਨੇ ਇਸ ਤਰ੍ਹਾਂ ਆਪਣੀ ਐਗਰੀਕਲਚਰ ਉਹ ਵੀ ਡਿਵੈਲਪਮੈਂਟ ਕਰਦੇ ਗਏ ਆਪਣੀ ਖੇਤੀ 'ਚ। ਮੈਨੀ ਮੈਡੀਵੀਅਲ ਜਿਹੜੇ ਯੂਰਪੀਅਨ ਫਾਰਮਰਸ ਯੂਜ਼ ਟੂ ਓਪਨ ਫੀਲਡ ਸਿਸਟਮ ਆਫ ਪਲਾਂਟਿੰਗ। ਕਹਿੰਦੇ ਯੂਰਪੀਅਨਸ ਜਿਹੜੇ ਫਾਰਮਰ ਸੀ ਉਹਨਾਂ ਨੇ ਓਪਨ ਫੀਲਡ ਸਿਸਟਮ ਨੂੰ ਆਫ ਪਲਾਂਟਿੰਗ ਇਹਨੂੰ ਬੜਾਵਾ ਦਿੱਤਾ, ਮਤਲਬ ਉਹਨਾਂ ਦਾ ਧਿਆਨ ਇਹਦੇ ਵੱਲ ਸੀ ਜ਼ਿਆਦਾ। ਅਤੇ ਉਹਨਾਂ ਨੇ ਸੋਇਲ ਦੀ ਜਿਵੇਂ ਨਿਊਟਰੀਐਂਟਸ ਦੀ ਉਹਨਾਂ ਦੀ ਮਤਲਬ ਉਹਨਾਂ ਨੇ ਇਹ ਚੀਜ਼ ਦਾ ਵੀ ਪਤਾ ਲਗਾ ਲਿਆ ਵੀ ਕਿਵੇਂ ਜਦੋਂ ਅਸੀਂ ਇੱਦਾਂ ਦੀ ਖੇਤੀ ਕਿਉਂ ਕਰਦੇ ਸੀ ਓਪਨ ਫੀਲਡ ਸਿਸਟਮ ਆਫ ਪਲਾਂਟਿੰਗ, ਕਿਉਂਕਿ ਉਹਨਾਂ ਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਸੀ ਵੀ ਜਦੋਂ ਇਸ ਤਰ੍ਹਾਂ ਦੀ ਖੇਤੀ ਨਾਲ ਜਿਹੜੇ ਨਿਊਟਰੀਐਂਟਸ ਹੁੰਦੇ ਆ ਸੋਇਲ ਦੇ, ਉਹ ਕੀ ਕਰਦੇ ਨੇ, ਕਰੋਪ ਪ੍ਰੋਡਕਸ਼ਨ ਨੂੰ ਹੋਰ ਇਨਕਰੀਜ਼ ਕਰਦੇ ਨੇ। ਤਾਂ ਕਰਕੇ ਉਹਨਾਂ ਨੇ ਓਪਨ ਫੀਲਡ ਸਿਸਟਮ ਆਫ ਪਲਾਂਟਿੰਗ ਸ਼ੁਰੂ ਕੀਤੀ। ਫਿਰ ਨੈਕਸਟ ਹੈ ਹੌਲੀ ਹੌਲੀ ਜਿਵੇਂ ਕਹਿੰਦੇ 15 ਅਤੇ 15 ਅਤੇ 16 ਸੈਂਚੁਰੀ ਦੇ ਵਿੱਚ ਐਕਸਪਲੋਰਰ ਜਿਹੜੇ ਸੀ ਉਹਨਾਂ ਨੇ ਇੰਟਰੋਡਿਊਸ ਕੀਤੀਆਂ ਨਿਊ ਵਰਾਇਟੀ ਆਫ ਪਲਾਂਟ ਐਗਰੀਕਲਚਰ ਪ੍ਰੋਡਕਟਸ ਇਨਟੂ ਯੂਰਪ ਦੇ ਵਿੱਚ। ਜਿਵੇਂ ਏਸ਼ੀਆ ਤੋਂ ਉਹਨਾਂ ਨੇ ਕੀ ਲਿਆ, ਕੌਫੀ, ਟੀ, ਇੰਡੀਗੋ ਕੀ ਆ, ਜਿਹਦੇ ਤੋਂ ਬਲੂ ਡਾਈ ਬਣਾਈ ਜਾਂਦੀ ਹੈ, ਠੀਕ ਆ। ਫਿਰ ਉਹਨਾਂ ਅਮੈਰੀਕਨਸ ਤੋਂ ਕੀ ਲਿਆ, ਪਲਾਂਟਸ ਸੱਚ ਐਸ ਪੋਟੈਟੋਸ, ਟੋਮੈਟੋਸ, ਕੋਰਨ, ਬੀਨਸ, ਪੀਨਟਸ, ਤੰਬਾਕੂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਲਈਆਂ। ਅਤੇ ਮਤਲਬ ਉਹ ਇੱਦਾਂ ਯੂਰਪ ਦਾ ਜਿਹੜੀ ਤਰੱਕੀ ਹੁੰਦੀ ਗਈ। ਫਿਰ ਅੱਗੇ ਆ ਫੈਕਟ, ਰਾਈਸ ਜਿਹੜਾ ਆ ਉਹ ਕਿੱਥੋਂ ਲਿਆ, ਰਾਈਸ ਫਸਟਲੀ ਚਾਈਨਾ 'ਚ ਮਤਲਬ ਕਲਟੀਵੇਟ ਹੋਇਆ, ਅਤੇ ਜੋ ਵੀਟ ਹੈ ਉਹ ਸਭ ਤੋਂ ਪਹਿਲਾਂ ਟਰਕੀ ਦੇ ਵਿੱਚ ਹੋਇਆ। ਸੋ ਇਹ ਫੈਕਟ ਹੈ ਸਟੂਡੈਂਟਸ, ਇਹ ਜ਼ਰੂਰ ਯਾਦ ਰੱਖਿਓ। ਹੁਣ ਮੈਂ ਵੀਡੀਓ ਇੱਥੇ ਇੱਕ ਪਾਰਟ ਇਹਦਾ ਇੱਥੇ ਹੀ ਆਪਾਂ ਸਮਾਪਤ ਕਰਦੇ ਹਾਂ। ਅੱਗੇ ਅਸੀਂ ਦੇਖਾਂਗੇ ਕਿਹੜੀ ਕਿਹੜੀ ਚੀਜ਼ ਪਹਿਲਾਂ ਕਿੱਥੇ ਕਲਟੀਵੇਟ ਹੁੰਦੀ ਗਈ।